ਉੱਚਾ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਆਸੁਨੀ ਸੈਭੰ ਗੁਰ ਪ੍ਰਸਾਦ। ਗੁਰੂ ਸਾਹਿਬ ਸਾਨੂੰ ਰੋਜ਼ ਬੜੇ ਵੱਖਰੇ ਤਰੀਕੇ ਦੇ ਨਾਲ ਸੋਝੀ ਬਖਸ਼ਦੇ ਆ, ਗੁਰ ਪ੍ਰਸਾਦ ਦਿੰਦੇ ਆ, ਗਿਆਨ ਦਿੰਦੇ ਆ, ਤਾਂ ਕਿ ਸਾਡਾ ਮਨ ਜਾਗ ਪਵੇ, ਉਸ ਖਸਮ ਦਾ ਸਾਨੂੰ ਸਮਝ ਆ ਜਾਵੇ। ਖਸਮ ਕੌਣ ਹੈ, ਉਹਦਾ ਮਹਿਲ ਕਿਹੜਾ ਹੈ, ਉਹ ਕਿੱਥੇ ਰਹਿੰਦਾ, ਉਹਦੇ ਨਾਲ ਕਿਵੇਂ ਜੁੜਿਆ ਜਾਂਦਾ ਹੈ। ਕਿਉਂਕਿ ਉਹਦੇ ਨਾਲ ਜੁੜ ਕੇ ਗੁਰੂ ਸਾਹਿਬ ਕਹਿੰਦੇ ਭਾਈ ਸਾਰੇ ਰੱਜ ਸਕਦੇ ਹੋ, ਸਾਰੀ ਦੁਨੀਆ ਰੱਜ ਸਕਦੀ ਹੈ, ਜੇ ਸਾਨੂੰ ਉਸ ਖਸਮ ਦੀ ਸਮਝ ਆ ਜਾਵੇ। ਵਾਰ-ਵਾਰ ਬਾਣੀ ਸਾਨੂੰ ਉਪਦੇਸ਼ ਦੇ ਰਹੀ ਹੈ, ਅਸੀਂ ਉਸ ਮਾਲਕ ਦੇ ਨਾਮ ਦੇ ਪਪੀਹੇ ਬਣ ਜਾਓ। ਜਿਵੇਂ ਪਪੀਹਾ ਵਰਖਾ ਦੀ ਬੂੰਦ ਮੰਗਦਾ ਹੈ, ਉਵੇਂ ਇਨਸਾਨ ਨੇ ਉਹਦਾ ਨਾਮ ਮੰਗਣਾ ਹੈ। ਜਿਹਨੂੰ ਉਸ ਤਰ੍ਹਾਂ ਨਾਮ ਮੰਗਣਾ ਆ ਜਾਂਦਾ, ਉਹ ਸਫਲ ਹੋ ਜਾਂਦਾ ਹੈ, ਸੁਖੀ ਹੋ ਜਾਂਦਾ ਹੈ। ਸੋ ਸਾਧ ਸੰਗਤ ਜੀ, ਆਓ 1283 ਅੰਗ ਤੇ ਮਲਾਰ ਰਾਗ ਦੇ ਵਿੱਚ ਵਾਰ ਦੀ ਬਾਣੀ ਕਰ ਰਹੇ ਹਾਂ। 11 ਪੌੜੀਆਂ ਤੇ ਸ਼ਲੋਕ ਕੀਤੇ ਅਸੀਂ, 12ਵੀਂ ਪੌੜੀ ਤੇ ਸ਼ਲੋਕ ਕਰਨੇ ਆ। ਆਓ ਪਹਿਲਾਂ ਅਰਦਾਸ ਕਰੀਏ, ਬੇਨਤੀਆਂ ਮਿੰਨਤਾਂ ਤਰਲੇ ਕਰੀਏ। ਹੇ ਅਕਾਲ ਪੁਰਖ, ਮਿਹਰ ਕਰੋ, ਕਿਰਪਾ ਕਰੋ, ਇਹੋ ਜਿਹੀ ਕਿਰਪਾ ਕਰੋ ਕਿ ਸਾਨੂੰ ਬਾਣੀ ਪੜ੍ਹਨੀ ਆ ਜਾਵੇ ਤੇ ਪੂਰੀ ਤਰ੍ਹਾਂ ਸਮਝਣੀ ਆ ਜਾਵੇ, ਬਾਣੀ ਅਨੁਸਾਰ ਹੀ ਚੱਲੀਏ ਅਸੀਂ। ਇਹੋ ਜਿਹੀ ਕਿਰਪਾ ਕਰ ਦਿਓ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। हे ਪ੍ਰਭੂ, ਮੇਰਾ ਪੂਰਾ ਕੋਰਸ ਹੋ ਜਾਊਗਾ ਜੇ ਮੈਨੂੰ ਗੁਰੂ ਮੁਤਾਬਕ ਚੱਲਣਾ ਆ ਜਾਵੇ। ਮੈਨੂੰ ਪੂਰੀ ਪ੍ਰਾਪਤੀ ਹੋ ਜਾਊਗੀ ਜੇ ਮੈਂ ਗੁਰੂ ਮੁਤਾਬਕ ਚੱਲਣ ਲੱਗ ਜਾਵਾਂ, ਗੁਰਬਾਣੀ ਮੁਤਾਬਕ ਚੱਲਣਾ ਮੈਨੂੰ ਆ ਜਾਵੇ। ਫਿਰ ਗੁਰੂ ਸਾਹਿਬ ਮਿਹਰ ਕਰ ਰਿਹਾ ਸਾਡੇ ਤੇ। ਸ਼ਲੋਕ ਮਹੱਲਾ ਤੀਜਾ। ਬਾਬੀਹਾ ਖਸਮੇ ਕਾ ਮਹਿਲ ਨਾ ਜਨ ਹੀ, ਮਹਿਲ ਦੇਖ ਅਰਦਾਸ ਪਾਏ। ਆਪਣੇ ਭਾਣੇ ਬਹੁਤਾ ਬੋਲੇ, ਬੋਲਿਆ ਥਾਏ ਨਾ ਪਾਏ। ਖਸਮ ਵੱਡਾ ਦਾਤਾਰ ਹੈ, ਜੋ ਇੱਛੇ ਸੋ ਫਲ ਪਾਏ। ਬਬੀਹਾ ਕਿਆ ਬਪੜਾ, ਜਗਤੇ ਕੀ ਤਿਖ ਜਾਏ। ਗੁਰੂ ਸਾਹਿਬ ਕਹਿੰਦੇ ਬਬੀਹਾ ਬਣਿਆ ਹੋਵੇ, ਪਰ ਬਬੀਹੇ ਨੂੰ ਪਤਾ ਹੀ ਨਹੀਂ ਮੈਂ ਵਰਖਾ ਦੀ ਬੂੰਦ ਲੈਣੀ ਹੈ। ਉਂਝ ਰੌਲਾ ਪਾਈ ਜਾਵੇ, ਉਹ ਦੇ 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 ਆਖੀ ਜਾਵੇ, ਇਹ ਨਹੀਂ ਪਤਾ ਵੀ ਮੈਂ ਕੀ ਮੰਗ ਰਿਹਾ। ਪਰ ਕਹਿੰਦੇ ਬਬੀਹਾ ਵੀ ਬਣਨਾ ਤੇ ਪਰ ਨਾਲ ਇਹ ਵੀ ਪਤਾ ਹੋਵੇ ਖਸਮ ਚਾਹੀਦਾ ਮੈਨੂੰ, ਉਹਦਾ ਮਹਿਲ ਚਾਹੀਦਾ। ਖਸਮ ਦੀ ਪੂਰੀ ਸਮਝ ਆਉਣੀ ਚਾਹੀਦੀ ਵੀ ਮੈਂ ਕਿਹੜਾ ਖਸਮ ਮੈਨੂੰ ਚਾਹੀਦਾ। ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ, ਸਭ ਕੁਝ ਕਰਨ ਕਰਾਉਣ ਵਾਲਾ ਜਿਹੜਾ, ਉਹ ਖਸਮ ਚਾਹੀਦਾ ਸਾਨੂੰ, ਉਹਦੇ ਬਬੀਹਾ ਬਣਨਾ ਅਸੀਂ। ਪਰ ਗੁਰੂ ਸਾਹਿਬ ਕਹਿੰਦੇ ਆਪਣੇ ਭਾਣੇ ਬਹੁਤਾ ਬੋਲੇ, ਬੋਲਿਆ ਥਾਏ ਨਾ ਪਾਏ। ਗੁਰੂ ਸਾਹਿਬ ਕਹਿੰਦੇ ਜੇ ਤੁਹਾਨੂੰ ਪੂਰੀ ਨੌਲੇਜ ਨਹੀਂ ਹੈ, ਤੁਸੀਂ ਰਾਮ ਰਾਮ ਬੋਲ ਰਹੇ ਹੋ, ਅੱਲਾ ਅੱਲਾ ਬੋਲ ਰਹੇ ਹੋ, ਵਾਹਿਗੁਰੂ ਵਾਹਿਗੁਰੂ ਬੋਲ ਰਹੇ ਹੋ, ਜੇ ਤੈਨੂੰ ਪੂਰੇ ਮਹਿਲ ਦਾ ਨਹੀਂ ਪਤਾ, ਉਸ ਖਸਮ ਦਾ ਨਹੀਂ ਪਤਾ ਵੀ ਮੈਂ ਉਹਨੂੰ ਪਾਉਣ ਵਾਸਤੇ ਅੱਲਾ ਅੱਲਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਬੋਲ ਰਿਹਾ, ਤੇਰਾ ਬੋਲਿਆ ਥਾਂ ਨਹੀਂ ਪੈਣਾ।
ਤਾਂ ਗੁਰੂ ਸਾਹਿਬ ਨੇ ਬੜੇ ਸ਼ਬਦਾਂ 'ਚ ਸਾਨੂੰ ਸਮਝਾਇਆ ਹੈ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਗੁਰੂ ਸਾਹਿਬ ਕਹਿੰਦੇ ਆਪਣੀ ਅਕਲ ਨਾਲ ਬਹੁਤ ਕੁਝ ਬੋਲੀ ਜਾਂਦੇ, ਪਰ ਬੋਲਿਆ ਥਾਂ ਹੀ ਨਹੀਂ ਪੈਣਾ। ਹਰ ਹਰ ਮੁਖੋਂ ਹਰ ਕੋ ਕਹੇ, ਵਿਰਲੇ ਹਿਰਦੇ ਵਸਾਇਆ। ਗੁਰੂ ਸਾਹਿਬ ਕਹਿੰਦੇ ਹਰ ਹਰ ਤਾਂ ਬੋਲ ਰਹੇ, ਤੂੰ ਹੀ ਬੋਲਦਾ ਹੈ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ, ਪਰਮਾਤਮਾ ਪਰਮਾਤਮਾ ਬੋਲ ਰਿਹਾ, ਪਰ ਤੈਨੂੰ ਅਕਲ ਨਹੀਂ ਹੈ। ਜਿੰਨਾ ਚਿਰ ਪੂਰੀ ਸਮਝ ਨਹੀਂ ਹੈ, ਤੇਰਾ ਥਾਂ ਨਹੀਂ ਪਊਗਾ, ਤੂੰ ਸਫਲ ਨਹੀਂ ਹੋਏਗਾ, ਤੇਰਾ ਮਨ ਸ਼ਾਂਤ ਨਹੀਂ ਹੋਊਗਾ। ਬਬੀਹਾ, ਗੁਰੂ ਸਾਹਿਬ ਦਾ ਬਾਨਾ ਬਬੀਹਾ ਹੈ। ਅੱਲਾ ਅੱਲਾ ਬੋਲਣਾ ਹੈ, ਰਾਮ ਰਾਮ ਬੋਲਣਾ ਹੈ, ਵਾਹਿਗੁਰੂ ਵਾਹਿਗੁਰੂ ਬੋਲਣਾ ਹੀ ਹੈ। ਪਰ ਪਹਿਲਾਂ ਅੱਲਾ ਵਾਹਿਗੁਰੂ ਰਾਮ ਇੱਕੋ ਹੀ ਹੈ, ਉਹਦੀ ਸਮਝ ਆਉਣੀ ਚਾਹੀਦੀ ਹੈ। ਉਹ ਕੌਣ ਹੈ? ਜਿਹਨੇ ਹਵਾ ਪਾਣੀ ਧਰਤੀ ਆਕਾਸ਼ ਬਣਾ ਕੇ ਸਾਰੀ ਦੁਨੀਆ ਬਣਾਈ ਹੈ ਤੇ ਉਹਨੂੰ ਚਲਾ ਰਿਹਾ। ਉਹਨੂੰ ਅਸੀਂ ਅੱਲਾ ਕਹਿ ਸਕਦੇ, ਉਹਨੂੰ ਰਾਮ ਕਹਿ ਸਕਦੇ, ਉਹਨੂੰ ਵਾਹਿਗੁਰੂ ਕਹਿ ਸਕਦੇ ਹਾਂ, ਉਹਨੂੰ ਜਗਦੀਸ਼ ਭਗਵਾਨ, ਜੋ ਨਾਮ ਉਹਦੇ ਪਤਾ ਨਹੀਂ ਕਿੰਨੇ ਕੁ ਹੈ। ਪਰ ਗੁਰੂ ਸਾਹਿਬ ਕਹਿੰਦੇ ਮਹਿਲ ਦੇਖ ਅਰਦਾਸ ਪਾਏ। ਜਿੱਦਣ ਉਹਦੀ ਸਮਝ ਆ ਗਈ ਵਾਕਿਆ ਉਹ ਐਡਾ ਵੱਡਾ ਹੈ, ਕਿਉਂਕਿ ਉਹਦਾ ਰੂਪ ਰੇਖ ਨਹੀਂ ਹੈ। ਉਹ ਜਨਮ ਨਹੀਂ ਲੈਂਦਾ, ਉਹ ਜਨਮ ਕਰਾਉਣ ਵਾਲਾ ਸਭ ਦੇ, ਸਭ ਨੂੰ ਪੈਦਾ ਕਰਨ ਵਾਲਾ ਤੇ ਮਾਰਨ ਵਾਲਾ। ਉਹ ਤਾਂ ਨਾ ਉਹ ਆਪ ਪੈਦਾ ਹੁੰਦਾ ਤੇ ਨਾ ਹੀ ਮਰਦਾ, ਪਰ ਉਹਦੀ ਸਮਝ ਪੂਰੇ ਗਿਆਨ ਦੇ ਨਾਲ ਆਉਂਦੀ ਹੈ। ਜਿੱਦਣ ਉਹਦਾ ਮਹਿਲ ਦੇਖ ਲਿਆ, ਉਹਨੂੰ ਸਮਝ ਆ ਗਈ, ਉਦੋਂ ਹੀ ਆਦਮੀ ਅਰਦਾਸ ਕਰਨ ਲੱਗ ਜਾਂਦਾ, ਮੈਂ ਤਾਂ ਤੈਨੂੰ ਮਿਲਣਾ, ਤੂੰ ਮਿਲ ਪਾ। ਉਦੋਂ ਹੀ ਭੁੱਖ ਲੱਗ ਜਾਂਦੀ ਹੈ, ਫਿਰ ਬੜੀਆਂ ਅਰਦਾਸਾਂ ਕਰਦਾ। ਪਰ ਜੇ ਮਹਿਲ ਨਹੀਂ ਦੇਖਿਆ, ਉਹਦੇ ਬਾਰੇ ਸਮਝ ਨਹੀਂ ਆਈ, ਫਿਰ ਉਹਨੂੰ ਮੰਗਿਆ ਨਹੀਂ ਜਾਂਦਾ, ਮੰਗ ਹੀ ਨਹੀਂ ਬਣਦੀ। ਆਪਣੇ ਭਾਣੇ ਬਹੁਤਾ ਬੋਲੇ, ਹੁਣ ਹੱਠ ਤੇ ਲੱਗੇ ਬੈਠੇ ਚੌਂਕੜਾ ਮਾਰ ਕੇ ਕੋਈ ਲਗਾਤਾਰ ਹੀ ਬੋਲੀ ਜਾਂਦੇ। ਗੁਰੂ ਸਾਹਿਬ ਕਹਿੰਦੇ ਹੱਠ ਨਾਲ ਨਹੀਂ ਬੋਲਣਾ ਗਾ, ਅਕਲ ਨਾਲ ਬੋਲਣਾ। ਤੂੰ ਗੁਰੂ ਸਾਹਿਬ ਕਹਿੰਦੇ ਆਪਣੇ ਪਾਇਆ, ਉਹਦੀ ਮਤ ਦੇ ਅਨੁਸਾਰ ਤੂੰ ਬੋਲਦਾ ਹੈ, ਸਾਰੇ ਫੇਲ ਹੈ। ਜਿਹੜੀ ਸੁੱਖ ਮਿਲਨੇ ਸੀ ਉਹ ਮਿਲ ਨਹੀਂ ਰਹੇ। ਇੰਨੇ ਸੁੱਖ ਮਿਲਨੇ ਸੀ, ਗੁਰੂ ਸਾਹਿਬ ਕਹਿੰਦੇ ਦੱਸੇ ਨਹੀਂ ਜਾਣੇ, ਭਾਵੇਂ ਤੂੰ ਅੱਲਾ ਬੋਲਾ ਤੇ ਭਾਵੇਂ ਰਾਮ ਬੋਲਾ ਤੇ ਚਾਹੇ ਵਾਹਿਗੁਰੂ ਬੋਲਾ, ਪਰ ਤੈਨੂੰ ਬੋਲਣਾ ਆਉਣਾ ਚਾਹੀਦਾ। ਆਪਦੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਲੈ ਕੇ ਬੋਲ। ਕਣ ਕਣ 'ਚ ਵਸਦਾ ਉਹਨੂੰ ਦੇਖ ਪਹਿਲਾਂ, ਫਿਰ ਉਹਨੂੰ ਭਾਵੇਂ ਅੱਲਾ ਬੋਲਦੀ, ਰਾਮ ਬੋਲਣੀ ਤੇ ਭਾਵੇਂ ਵਾਹਿਗੁਰੂ ਬੋਲਣੀ, ਫਿਰ ਤਾਂ ਪਪੀਹਾ ਬਣਿਆ ਉਹਦਾ, ਤੂੰ ਪਾਸ ਹੈ। ਤਾਂ ਗੁਰੂ ਸਾਹਿਬ ਦੇ ਅਕਲੀ ਸਾਹਿਬ ਸੇਵੀਏ, ਕਹਿੰਦੇ ਤੈਨੂੰ ਖਸਮ ਦਾ ਪਤਾ ਹੀ ਨਹੀਂ, ਖਸਮ ਨੂੰ ਕਿਵੇਂ ਮਨ 'ਚ ਵਸਾਏਗਾ, ਕਿਵੇਂ ਦੋਸਤੀ ਪਾਏਗਾ ਉਹਦੇ ਨਾਲ। ਫਿਰ ਕਹਿੰਦੇ ਖਸਮ ਵੱਡਾ ਦਤਾਰ ਹੈ, ਜੋ ਇੱਛੇ ਸੋ ਫਲ ਪਾਏ। ਗੁਰੂ ਸਾਹਿਬ ਕਹਿੰਦੇ ਉਹ ਮਾੜਾ ਮੋਟਾ ਨਹੀਂ ਤੂੰ ਜਿਹਨੂੰ ਯਾਦ ਕਰ ਰਿਹਾ, ਉਹ ਖਸਮ ਤਾਂ ਏਡਾ ਵੱਡਾ ਦਾਤਾ ਹੈ, ਬੇਪਰਵਾਹ ਹੋ ਕੇ ਵੰਡ ਰਿਹਾ। ਨਾਨਕ ਬਿਕਸੇ ਬੇਪਰਵਾਹ, ਉਹਦਾ ਤਾਂ ਪਤਾ ਹੀ ਕੁਛ ਨਹੀਂ ਹੈ। ਐਡਾ ਵੱਡਾ ਦਾਤਾ ਸੋਚ ਹੀ ਨਹੀਂ ਸਕਦੇ। ਜੋ ਇੱਛੇ ਸੋ ਫਲ ਪਾਏ, ਉਸ ਨਾਲ ਜੇ ਦੋਸਤੀ ਪੈ ਜੇ ਤਾਂ ਸਾਰੀਆਂ ਇੱਛਾ ਹੀ ਪੂਰੀਆਂ ਹੋ ਜਾਂਦੀਆਂ। ਐ ਮਨ ਰੱਜ ਹੀ ਜਾਂਦਾ ਹੈ। ਇੱਛਾ ਕੀ ਹੁੰਦੀ, ਉਸ ਨੂੰ ਪਾਉਣ ਦੀ ਇੱਛਾ ਹੁੰਦੀ, ਉਹ ਫਲ ਪੈ ਜਾਂਦਾ। ਐ ਮਨ ਰੱਜਿਆ ਰਹਿੰਦਾ, ਸਦਾ ਵਗਾਸ 'ਚ ਰਹਿੰਦਾ, ਕਮਲ ਦੇ ਫੁੱਲ ਵਾਂਗੂ ਟਹਿਕਦਾ ਰਹਿੰਦਾ। ਚਿੰਤਾਵਾਂ ਸਾਰੀਆਂ ਖਤਮ ਹੋ ਜਾਂਦੀਆਂ, ਕਲ ਕਲੇਸ਼ ਖਤਮ ਹੋ ਜਾਂਦੇ ਆ, ਸੁੱਖਾਂ ਦੇ ਭੰਡਾਰ ਆ ਜਾਂਦੇ ਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਆ ਜਾਂਦੀਆਂ। 9 ਨਿਧੀਆਂ 18 ਸਿੱਧੀਆਂ ਪਿੱਛੇ ਲੱਗਦੀਆਂ ਫਿਰਦੀਆਂ। ਪਰ ਜੇ ਕਿਤੇ ਉਸ ਮਾਲਕ ਦੀ ਸਮਝ ਆ ਜਾਵੇ ਤੇ ਉਹਦੇ ਨਾਲ ਸਾਡਾ ਪਿਆਰ ਬਣ ਜਾਵੇ, ਬਬੀਹਾ ਕਿਆ ਬੱਪੜਾ ਜਗਤੇ ਕੀ ਤਿਖ ਜਾਏ। ਗੁਰੂ ਸਾਹਿਬ ਕਹਿੰਦੇ ਭਾਈ ਕੱਲਾ ਬਬੀਹਾ ਦਾ ਕੀ, ਉਹਦਾ ਸਾਰਿਆਂ ਜਗਤ ਦੀ ਭੁੱਖ ਮਿਟਾ ਸਕਦਾ।
जिन्ने भी उन्होंने याद करनगे सारिਆਂ ਦੀ ही त्रे मर जाती है, माया वालों रज जाता, पंजे काबू आ जाते। बबीहा क्या बपड़ा जगते की तिख जाए। गुरु साहब कहते बाणी पढ़ के समझ के परमात्मा नूं सब च वसदा समझ के गुरु साहब कहते भावां बस तू ही बोला तां भी उहदे नाल जुड़ जाएगा, तेरा तेरा कर ला तां भी जुड़ लेगा, वाहिगुरू वाहिगुरू कर ला तां भी जुड़ लेगा, राम राम कर ला, अल्लाह अल्लाह कर ला तां भी जुड़ जाएगा। तेरी तो प्यास जानी जानी है, सब दी प्यास जावड़ूगी जिन्हों अल्लाह राम वाहिगुरू बोलना आ गया। पर वह बोलना किसी वेले नूं आउंदा जिहड़ा पूरा ज्ञान लैंदा, पूरा गुर दा प्रसाद लैंदा, पूरा अखर अखर ते विचार करदा। महला तीजा। बबीहा भिन्नी रैन बोलिया, सहजे सच सुभाए, ए जल मेरा जियो है, जल बिन रैन ना जाए। गुर शब्दी जल पाइए, विचो आप गवाए, नानक जिस बिन चसा ना जीव ई, नानक जिस बिन चसा ना जीव दी, सो सतगुर दिया मिलाए। गुरु साहब कहते सतगुर जो मिलते हैं, बाणी समझते हैं, बाणी मुताबिक चलते हैं, तो सतगुर अगे सानू उस परमात्मा नाल मिला दिंदा है जिहदे तो बिना एक सकिंट नहीं साडा सर सकदा, पर असी सारी उम्र ही कढ़ दिंने आ। उस नूं मिले नाल ही सुख आ सकते हैं, तो जे उन्होंने नहीं मिलांगे दुखों चों बाहर नहीं आ सकते। गुरु साहब कहते उन्होंने मिलना तो बहुत जरूरी है, वो तो बिना तो एक सकिंट नहीं काम चलता। तुसीं दुखों चले जाओगे, उन्होंने याद नहीं करोगे, पर सतगुर मिला दिंदा, पूरा गुरु उन्हें मिला दिंदा। पर गुरु साहब बबीहे की उदाहरण दे के सानू समझा रहे हैं, कहते तू भी नाम दा बबीहा बनना जे गुरसिख है। तो बबीहे की एक बड़ी वड्डी खासियत है, वो केवल इको चीज़ मंगदा है, तो उदों उस चीज़ तो बिना होर चीज़ कोई नहीं मंगदा, केवल उस चीज़ के नाल ही सैटिस्फाई होंदा है। कली वर्खा की बूंद मंगदा है। वो कहते वर्खा की बूंद तो बिना भावें मैनू दुनिया का राज दे दो तां भी नहीं पीना, मैं तां भी नहीं लैना, कला वर्खा का पानी पीना है। इवें गुरु ग्रंथ साहब का सिख भी बबीहा हुंदा है, वो भी कहता दुनिया का राज नहीं मैनू चाहिए, मैनू केवल परमात्मा का नाम चाहिए। वो बबीहा बंदा जो इन्नी भुख लगती है बाणी पढ़ के बबीहा बनना, असी नाम का बबीहा बनना। गुरु साहब कहते जो बबीहा बन जाता फिर वो फिर बोलता है, बबीहा भिन्नी रैन बोलिया, सहजे सच सुभाए। गुरु साहब कहते फिर गुरु का सिख है जिहड़ा वो फिर सुबह उठ के परमात्मा नूं ध्याउंदा है, जिवें बबीहा सारी रात सारा दिन उहदा वर्खा की बूंद मंगदा है। पर गुरु ग्रंथ साहब का सिख केवल उहदा परमात्मा का नाम मंगदा है, भी मैं उहदे नाल जुड़ जावां, मैनूं उहदी याद आ जावे, मेरा उस एक ओंकार परमात्मा नाल प्यार बन जाए, यही मंगदा, होर कुछ नहीं मंगदा। ये फिर मन दे नाल अरदास करदा है भी मेरा बस सहजे सच सुभाए, मेरा सुभाਅ ही बन जाए परमात्मा नूं याद करना। अज सुभाਅ साडा की है, आपदे दुनियावी काम करना, परिवार नूं याद करना, उन्हां दा फिक्र ही है। पर गुरु का सिख है जिहड़ा
ਉਹ ਫਿਰ ਆਦਾ ਹੀ ਮੈਨੂੰ ਤਾਂ ਬਸ ਪਰਮਾਤਮਾ ਦਾ ਪਿਆਰ ਚਾਹੀਦਾ। ਸਹਿ ਸੁਭਾਏ, ਬਸ ਆਦਤ ਬਣ ਗਈ, ਆਦਤ ਹੀ ਪੱਕ ਜਾਵੇ ਸਾਡੀ, ਬਸ ਹੋਰ ਕੋਈ ਆਦਤ ਨਾ ਬਣੇ, ਉਹਨੂੰ ਸਹਿ ਸੁਭਾਏ ਕਹਿੰਦਾ। ਇਸ ਤਰ੍ਹਾਂ ਦਾ ਬਬੀਹਾ ਹੁੰਦਾ ਗੁਰੂ ਦਾ ਸਿੱਖ, ਕੇਵਲ ਨਾਮ ਹੀ ਮੰਗਦਾ, ਫਿਰ 24 ਘੰਟੇ ਹੀ ਮੰਗਦਾ ਰਹਿੰਦਾ। ਇਹ ਜਲ ਮੇਰਾ ਜੀਉ ਹੈ, ਜਲ ਬਿਨ ਰਹਿਣ ਨਾ ਜਾਏ। ਕਹਿੰਦੇ ਜਿਵੇਂ ਬਬੀਹਾ ਦਾ ਵੀ ਮੇਰਾ ਤਾਂ ਜੀਵਨ ਕੇਵਲ ਵਰਖਾ ਦਾ ਪਾਣੀ ਹੈ, ਉਹ ਵੀ ਸਿੱਧਾ ਥੱਲੇ ਵਾਲਾ ਪਾਣੀ ਨਹੀਂ ਪੀਣਾ ਮੈਂ, ਨੀਚੇ ਜਿੰਨੀਆਂ ਮਰਜ਼ੀ ਨਦੀਆਂ ਵਗਦੀਆਂ ਹੋਣ ਤਾਂ ਵੀ ਉਹ ਬੂੰਦ ਨਹੀਂ ਪੀਂਦਾ। ਕਹਿੰਦਾ ਮੇਰਾ ਤਾਂ ਜੀਵਨ ਕੇਵਲ ਵਰਖਾ ਦਾ ਬੱਦਲ ਤੋਂ ਸਿੱਧਾ ਪਾਣੀ ਮੇਰੇ ਮੂੰਹ 'ਚ ਆਉਣਾ ਚਾਹੀਦਾ, ਉਹੀ ਹੈ ਮੇਰਾ ਜੀਵਨ। ਇਵੇਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਜਿਹੜਾ, ਉਹ ਆਦਾ ਭਾਈ ਮੇਰਾ ਪਰਮਾਤਮਾ ਦੇ ਨਾਮ ਦੇ ਨਾਲ ਹੀ ਜੀਵਨ ਹੈ, ਉਸ ਤੋਂ ਬਿਨਾਂ ਮੈਨੂੰ ਕੋਈ ਨਹੀਂ ਚਾਹੀਦਾ, ਭਾਵੇਂ ਸਾਰੀ ਦੁਨੀਆ ਦਾ ਧਨ ਦੇ ਦਿਓ ਤਾਂ ਵੀ ਨਹੀਂ ਚਾਹੀਦਾ, ਮੈਂ ਰਾਜ ਦੇ ਦਿਓ ਮੈਨੂੰ ਭਾਵੇਂ ਤਾਂ ਵੀ ਨਹੀਂ ਮੈਂ ਲੈਣਾ, ਮੈਨੂੰ ਕੇਵਲ ਉਹਦਾ ਨਾਮ ਚਾਹੀਦਾ ਹੈ। ਪਰ ਇਹੋ ਜਿਹੀ ਮੰਗ ਕਿਸੇ ਵਿਰਲੇ ਦੀ ਬਣਦੀ ਹੈ। ਕਿਹਦੀ ਬਣਦੀ ਹੈ? ਜਿਹੜਾ 100% ਬਾਣੀ ਅਨੁਸਾਰ ਚੱਲਦਾ, ਉਹਦੀ ਮੰਗ ਬਣਦੀ ਹੈ। ਉਹ ਫਿਰ ਕਹਿੰਦਾ ਮੇਰਾ ਨਾਮ ਦਾ ਜਲ ਹੈਗਾ, ਉਹੀ ਮੇਰਾ ਜੀਉ ਹੈ, ਜੀਵਨ ਹੈ, ਨਾਮ ਦੇ ਜਲ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਜਿਵੇਂ ਪਪੀਹਾ ਦਾ ਵੀ, ਮੈਂ ਵੀ ਵਰਖਾ ਦੀ ਬੂੰਦ ਤੋਂ ਬਿਨਾਂ ਮੈਂ ਨਹੀਂ ਬਚਦਾ, ਗੁਰੂ ਗ੍ਰੰਥ ਸਾਹਿਬ ਦਾ ਸਿੱਖ ਵੀ ਆਦਾ ਵੀ ਮੈਂ ਉਹਦੇ ਨਾਮ ਤੋਂ ਬਿਨਾਂ ਨਹੀਂ ਬਚਦਾ। ਇੰਨੀ ਤਗੜੀ ਪਿਆਸ ਲੱਗਣੀ ਚਾਹੀਦੀ ਹੈ, ਭੁੱਖ ਲੱਗਣੀ ਚਾਹੀਦੀ ਹੈ ਬਾਣੀ ਪੜ੍ਹ ਕੇ ਸਾਨੂੰ, ਕਾਹਦੀ? ਪਰਮਾਤਮਾ ਦੇ ਨਾਮ ਦੀ। ਕਹਿੰਦੇ ਗੁਰ ਸ਼ਬਦੀ ਜਲ ਪਾਈਏ, ਵਿੱਚੋਂ ਆਪ ਗਵਾਏ। ਪਰ ਗੁਰੂ ਸਾਹਿਬ ਕਹਿੰਦੇ ਇਹ ਜਲ ਦੀ ਪਿਆਸ ਤੇ ਜਲ ਪ੍ਰਾਪਤ ਕਦੋਂ ਹੁੰਦਾ ਹੈ? ਜਦੋਂ ਗੁਰੂ ਕੋਲੇ ਜਾਂਦੇ ਹਾਂ ਤੇ ਆਪਦੀ ਆਪ ਗਵਾ ਕੇ, ਆਪਦੀ ਮੱਤ ਛੱਡ ਕੇ ਗੁਰੂ ਦੇ ਸ਼ਬਦ ਨੂੰ ਸਮਝਦੇ ਹਾਂ, ਬਾਣੀ ਨੂੰ ਸਮਝਦੇ ਹਾਂ ਤੇ ਬਾਣੀ ਅਨੁਸਾਰ ਚੱਲਦੇ ਹਾਂ, ਆਪਦੀ ਮੱਤ ਨਹੀਂ, ਵਿੱਚੋਂ ਆਪ ਗਵਾਏ। ਅਸੀਂ ਆ ਬਾਣੀ ਜ਼ਰੂਰ ਪੜ੍ਹਦੇ ਹਾਂ, ਸਮਝਦੇ ਵੀ, ਪਰ ਆਪਦੀ ਮੱਤ ਨਹੀਂ ਗਵਾਉਂਦੇ। ਗੁਰੂ ਸਾਹਿਬ ਕਹਿੰਦੇ ਆਪਦੀ ਮੱਤ ਨੂੰ ਤਾਂ ਲੋਕ ਲਾ ਦੇ, ਤੂੰ ਕਹਿ ਦੇ ਮੈਨੂੰ ਕੁਛ ਨਹੀਂ ਆਉਂਦਾ। ਫਿਰ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਗਿਆਨ ਰਾਹੀਂ ਇਸ ਜਲ ਦੀ ਸਮਝ ਆਉਂਦੀ ਹੈ, ਫਿਰ ਪਿਆਸ ਲੱਗਦੀ ਹੈ, ਫਿਰ ਇਹ ਪਾਇਆ ਜਾਂਦਾ, ਪ੍ਰਾਪਤ ਕੀਤਾ ਜਾਂਦਾ। ਸਿੱਧਾ ਨਹੀਂ ਪ੍ਰਾਪਤ ਹੁੰਦਾ, ਪਹਿਲਾਂ ਦੀ ਭੁੱਖ ਲੱਗਦੀ ਹੈ। ਗੁਰ ਸ਼ਬਦੀ ਜਲ ਪਾਈਏ, ਵਿੱਚੋਂ ਆਪ ਗਵਾਏ। ਗੁਰੂ ਸਾਹਿਬ ਕਹਿੰਦੇ ਫਿਰ ਜਿਹੜਾ ਹੁਣ ਤੁਹਾਨੂੰ ਨਾਮ ਦਾ ਜਲ ਚਾਹੀਦਾ, ਅੰਮ੍ਰਿਤ ਚਾਹੀਦਾ ਹੈ, ਉਹ ਗੁਰੂ ਦੇ ਸ਼ਬਦ ਦੇ ਰਾਹੀਂ ਪਾ ਸਕੋਗੇ। ਤੇ ਗੁਰੂ ਦੇ ਸ਼ਬਦ ਰਾਹੀਂ ਪਹਿਲਾਂ ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ, ਫਿਰ ਮੰਗਦਾ ਹੈ, ਅਰਦਾਸਾਂ ਕਰਦਾ ਹੈ, ਫਿਰ ਆਪਦੀ ਮੱਤ ਛੱਡਦਾ, ਕੇਵਲ ਤੇ ਕੇਵਲ ਗੁਰੂ ਦੀ ਮੱਤ 'ਤੇ ਚੱਲਦਾ, ਗੁਰਬਾਣੀ ਅਨੁਸਾਰ ਚੱਲਦਾ। ਉਹ ਆਦਮੀ ਇਹ ਨਾਮ ਦਾ ਜਲ ਪੀ ਲੈਂਦਾ, ਪ੍ਰਾਪਤ ਕਰ ਲੈਂਦਾ ਤੇ ਮਨ ਨੂੰ ਰਜ਼ਾ ਲੈਂਦਾ। ਨਾਨਕ ਜਿਸ ਬਿਨ ਚਸਾ ਨਾ ਜੀਵ ਦੀ, ਸੋ ਸਤਿਗੁਰ ਦੀਆ ਮਲਾਏ। ਕਹਿੰਦੇ ਉਸ ਇੰਨੀ ਭੁੱਖ ਲੱਗ ਜਾਂਦੀ ਹੈ, ਫਿਰ ਉਹ ਕਹਿੰਦਾ ਮੈਂ ਤਾਂ ਇੱਕ ਚਸਾ ਹੁੰਦਾ ਬਹੁਤ ਛੋਟਾ ਸਮਾਂ, ਇੱਕ ਪਲਕ ਭਰ ਵੀ, ਇੱਕ ਸਕਿੰਟ ਵੀ ਮੈਂ ਉਹ ਤੋਂ ਬਿਨਾਂ ਨਹੀਂ ਜਿਉਂ ਸਕਦਾ। ਕਹਿੰਦਾ ਜਿਹੜੀ ਚੋਨੀ ਇੰਨੀ ਪਿਆਸ ਲੱਗੀ ਸੀ, ਕਹਿੰਦਾ ਵੀ ਮੈਂ ਤਾਂ ਨਾਮ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦਾ, ਜਿਵੇਂ ਅਮਲੀ ਆਦਾ ਮੈਂ ਅਮਲ ਤੋਂ ਬਿਨਾਂ ਮਰਦਾ ਹੈ, ਇਵੇਂ ਗੁਰਦਾਸ ਸਿੱਖ ਆਦਾ ਵੀ ਮੈਂ ਵੀ ਨਾਮ ਤੋਂ ਬਿਨਾਂ ਮਰਦਾ ਹੈ, ਮੈਂ ਇੱਕ ਸਕਿੰਟ ਨਹੀਂ ਜਿਉਂ ਸਕਦਾ। ਉਹ ਚੀਜ਼ ਫਿਰ ਸਤਿਗੁਰ ਮਿਲਾ ਦਿੰਦਾ। ਇਹ ਨਾਮ ਸਾਨੂੰ ਸਤਿਗੁਰ ਦੇ ਦਿੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇਹ ਨਾਮ ਦਾ ਦੇ ਕੇ ਪਪੀਹਾ ਬਣਾ ਕੇ ਫਿਰ ਮੰਗਿਆ ਜਾਂਦਾ, ਫਿਰ ਪ੍ਰਾਪਤ ਹੁੰਦਾ, ਤਾਂ ਜਾ ਕੇ ਮਨ ਰਜਦਾ, ਸ਼ਾਂਤ ਹੁੰਦਾ। ਐਵੇਂ ਸ਼ਾਂਤ ਨਹੀਂ ਹੁੰਦਾ। ਇਹ ਸ਼ਲੋਕ ਸੀ ਅੱਗੇ ਪੌੜੀ 'ਚ। ਫਿਰ ਗੁਰੂ ਸਾਹਿਬ ਕਹਿੰਦੇ ਭਾਈ, ਕਹਿੰਦੇ ਜਿਹਦਾ ਤੁਸੀਂ ਨਾਮ ਲੈਣਾ ਉਹ ਬਹੁਤ ਵੱਡਾ ਹੈ, ਐਡਾ ਵੱਡਾ ਸੋਚ ਨਹੀਂ ਸਕਦੇ ਤੁਸੀਂ, ਪਰ ਉਹਦੇ ਨਾਲ ਪਿਆਰ ਜ਼ਰੂਰ ਪਾ ਸਕਦੇ ਹੋ, ਉਹਨੂੰ ਮਨ 'ਚ ਵਸਾ ਸਕਦੇ ਹੋ। ਪੌੜੀ 'ਚ ਗੁਰੂ ਸਾਹਿਬ ਕਹਿੰਦੇ ਖੰਡ ਪਤਾਲ ਅਸੰਖ
मैं गंत ना होई, तू करता गोबिंद, तुद सिरजी तुदे गोई, 184 मेदनी, तुझ ही ते होई, एक राजे खान मलूक, करहे कहावे कोई, एक शाह सदाई सदावें, एक साह सदावें, सच धन दूजे पत खोई, एक दाते एक मंगते, सबना सिर सोई, विन नावे बाजारियां, प्याहवल होई, कूड़ खुट्टे नानका, सच करे सो होई। गुरु साहब कहते जिहदा तुसीं नाम प्राप्त करना भाई इन्ना वड्डा है, इन्ना वड्डा है, तुसीं सोच भी नहीं सकते किन्ना कुछ वड्डा है। वो इन्ना वड्डा है, जिड्डा वड्डा उन्ने ही उहदे वड्डे कारनामे है। ਉਹਨੇ ਇਸ ਸ੍ਰਿਸ਼ਟੀ 'ਚ ਇੱਕ ਧਰਤੀ ਨਹੀਂ ਜਿਹੜੀ ਧਰਤੀ 'ਤੇ ਬੈਠਾ, ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਤੇ ਹੈ ਵੀ ਐ ਅਸਮਾਨ 'ਚ ਉੱਡ ਰਹੀਆਂ, ਜਿਵੇਂ ਪਤੰਗ ਉੱਡ ਰਹੀਆਂ ਹੁੰਦੀਆਂ। ਕਹਿੰਦੇ ਅਸੰਖ ਪਤਾਲ ਅਸੰਖ ਮੈਂ ਗੰਤ ਨਾ ਹੋਈ। ਗੁਰੂ ਸਾਹਿਬ ਕਹਿੰਦੇ ਪਤਾ ਨਹੀਂ ਕਿੰਨੀਆਂ ਧਰਤੀਆਂ, ਕਿੰਨੇ ਆਕਾਸ਼ ਪਤਾਲ ਹੈ, ਨਾ ਗਿਣਤੀ ਹੋਈ ਹੈ ਨਾ ਹੋਣੀ ਹੈ। ਧਰਤੀਆਂ ਨਹੀਂ ਗਿਣੀਆਂ ਜਾ ਸਕਦੀਆਂ, ਜਿੰਨਾ ਮਰਜ਼ੀ ਸਾਇੰਸ ਇਹਨੂੰ ਖੋਜ ਲੇ, ਧਰਤੀਆਂ ਹੋਰ ਦੇ ਹੋਰ ਅੱਗੇ ਦੇ ਅੱਗੇ ਹੋਰ ਅਸਮਾਨ ਚੁੱਡੀਆਂ ਫਿਰਦੀਆਂ ਦਿਸੀ ਜਾਂਦੀਆਂ। ਕਹਿੰਦੇ ਐਡਾ ਵੱਡਾ ਜਿਹੜਾ ਮਾਲਕ ਹੈ, ਜਿਹਨੇ ਇੰਨੀਆਂ ਚੀਜ਼ਾਂ, ਸੂਰਜ ਇੰਨੇ ਬਣਾ ਕੇ ਸਿੱਟ ਦਿੱਤੇ ਅੱਗੇ, ਇੰਨੀਆਂ ਧਰਤੀਆਂ ਬਣਾ ਦਿੱਤੀਆਂ, ਉਹ ਧਰਤੀਆਂ ਦੇ ਉੱਤੇ ਜੀ ਪਤਾ ਨਹੀਂ ਕਿੰਨੇ ਕੁ ਬਣਾ ਦਿੱਤੇ ਹੈ। ਉਹ ਗੁਰੂ ਸਾਹਿਬ ਕਹਿੰਦੇ ਮੈਥੋਂ ਵੀ ਨਹੀਂ ਗਿਣੇ ਜਾਂਦੇ ਤੇ ਨਾ ਹੀ ਕੋਈ ਹੋਰ ਗਿਣ ਸਕਦਾ। ਕਿ ਅੱਜ ਸਾਇੰਸ ਕਿੰਨੀ ਤਰੱਕੀ ਕਰ ਗਈ, ਅੱਧੋਂ ਵੀ ਕਰੋੜਾਂ ਗੁਣਾ ਤਰੱਕੀ ਕਰ ਜਾਏ ਤਾਂ ਵੀ ਇਹ ਸੂਰਜ ਤੇ ਧਰਤੀਆਂ ਨਹੀਂ ਗਿਣ ਸਕਦੀਆਂ, ਇਹ ਗਿਣੀਆਂ ਜਾ ਹੀ ਨਹੀਂ ਸਕਦੀਆਂ, ਅੱਗੇ ਤੇ ਅੱਗੇ ਹੋਰ ਵੱਧਦੀਆਂ ਜਾਂਦੀਆਂ। ਕਹਿੰਦੇ ਐਡਾ ਵੱਡਾ ਮਾਲਕ ਹੈ, ਤੂੰ ਬੇਅੰਤ ਧਰਤੀਆਂ ਇੱਕ ਸਕਿੰਟ 'ਚ ਬਣਾ ਕੇ ਸਿੱਟ ਦਿੱਤੀਆਂ। ਤੂੰ ਕਰਤਾ ਗੋਬਿੰਦ, ਤੁਧ ਸਿਰਜੀ ਤੁਧ ਗੋਈ। ਹੇ ਇੱਕ ਓਂਕਾਰ, ਤੂੰ ਹੀ ਇਹਨਾਂ ਨੂੰ ਬਣਾਉਣ ਵਾਲਾ ਕਰਤਾ ਹੈ ਤੇ ਪੁਰਖ ਵੀ ਇਹਨਾਂ ਦੇ ਵਿੱਚ ਵੀ ਬੈਠਾ ਹੈ, ਤੂੰ ਇਹਨਾਂ ਦੀ ਸਾਰ ਲੈਣ ਵਾਲਾ ਹੈ। ਹੁਣ ਸਾਡੀ ਆ ਧਰਤੀ ਬਿਲਕੁਲ ਅਸਮਾਨ 'ਚ ਖੜੀ ਹੈ, ਜੇ ਅਸਮਾਨ 'ਚ ਕੋਈ ਬੁਲਬੁਲਾ ਉੱਡਦਾ ਹੋਵੇ ਐ ਉੱਡ ਰਿਹਾ, ਪਰ ਇੱਕ ਜਗ੍ਹਾ 'ਤੇ ਘੁੰਮ ਰਹੀ ਹੈ, ਇਹ ਘੁੰਮ ਵੀ ਰਹੀ ਹੈ, ਇਹ ਵੀ ਨਹੀਂ ਖੜੀ ਵੀ ਨਹੀਂ। ਤੂੰ ਐਡਾ ਵੱਡਾ ਕਰਤਾ ਹੈ, ਗੋਬਿੰਦ ਹੈ, ਤੂੰ ਹੀ ਇਹਨੂੰ ਬਣਾਇਆ ਹੈ, ਤੁਧ ਗੋਈ, ਤੂੰ ਹੁਣ ਕਦੇ ਇਹਨੂੰ ਖਤਮ ਵੀ ਕਰ ਦੇਣਾ। ਆਹ ਜਿਹੜੀ ਧਰਤੀ ਹੈ ਇਹ ਖਤਮ ਹੋਣਾ ਹੈ, ਸੂਰਜ ਹੈ ਜਿਹੜਾ ਸਾਡਾ ਇਹ ਵੀ ਖਤਮ ਹੋਊਗਾ, ਹੋਰ ਜਿੰਨੀਆਂ ਧਰਤੀਆਂ ਫਿਰ ਕਦੇ ਇੱਕ ਬਣ ਜਾਣਾ, ਸਭ ਥਾਂ ਇਕੱਠੀਆਂ ਹੋ ਜਾਣੀਆਂ। ਤੂੰ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਤੇ ਉਹਨੂੰ ਪਾਲਦਾ ਵੀ ਹੈ, ਸਾਰ ਵੀ ਲੈਣਾ, ਉਹਦੇ ਜੀਅ ਪੈਦਾ ਕਰਕੇ ਉਹਨਾਂ ਨੂੰ ਖੁਰਾਕ ਵੀ ਦੇਣਾ ਤੇ ਬਾਅਦ ਦੇ ਵਿੱਚ ਜੀਆਂ ਨੂੰ ਵੀ ਖਤਮ ਕਰਦਾ ਤੇ ਧਰਤੀ ਨੂੰ ਵੀ ਖਤਮ ਕਰ ਦੇਗਾ, ਸਭ ਨੂੰ ਨਾਸ ਵੀ ਕਰਦਾ। ਪਰ ਇਹ ਧਰਤੀ ਦੀ ਉਮਰ ਬੜੀ ਲੰਬੀ ਹੈ, ਖਤਮ ਇਹਨੇ ਵੀ ਹੋਣਾ। ਗੁਰੂ ਸਾਹਿਬ ਕਹਿੰਦੇ ਜੋ ਦਿਸੇ ਸੋ ਬਿਨ ਸਹਾਰ, ਸਾਨੂੰ ਜੋ ਦਿਖਦਾ ਸਭ ਬਿਨ ਸਹਾਰ ਹੈ। ਜੋ ਉਹਨੇ ਪੈਦਾ ਕੀਤਾ ਉਹ ਖਤਮ ਕਰਦਾ, ਪਰ ਉਮਰ ਉਹਨੇ ਆਪਦੇ ਹਿਸਾਬ ਨਾਲ ਰੱਖੀ ਹੈ, ਉਸ ਹਿਸਾਬ ਨਾਲ ਖਤਮ ਹੁੰਦਾ। ਇਹ ਸੂਰਜ ਦੀ ਉਮਰ ਘਟ ਰਹੀ ਹੈ, ਇਹਨੇ ਵੀ ਖਤਮ ਹੋਣਾ। ਕਹਿੰਦਾ 184 ਮੇਦਨੀ, ਤੁਧ ਹੀ ਤੇ ਹੋਈ। ਗੁਰੂ ਸਾਹਿਬ ਕਹਿੰਦੇ ਪਤਾ ਨਹੀਂ ਕਿੰਨੀਆਂ ਮੇਦਨੀ ਹੁੰਦੀ ਹੈ ਧਰਤੀ। 184 ਦਾ ਮਤਲਬ ਇਹ ਨਹੀਂ 84 ਲੱਖ ਹੀ ਹੈ, 84 ਲੱਖ ਤਾਂ ਛੱਡ ਕੇ ਕਰੋੜਾਂ ਖਰਬਾਂ ਗਿਣ ਲਈਆਂ ਸਾਇੰਸ ਨੇ। 184 ਦਾ ਮਤਲਬ ਅਨਲਿਮਟਿਡ ਹੁੰਦੀ ਹੈ। ਕਹਿੰਦੇ ਤੂੰ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਪਤਾ ਹੀ ਨਹੀਂ ਕਿੰਨੇ ਕੁ ਧਰਤੀਆਂ ਬਣਾਈਆਂ, 184 ਮੇਦਨੀਆਂ ਬਣਾ ਕੇ, ਧਰਤੀਆਂ ਬਣਾ ਕੇ, ਅਣਗਿਣਤ ਧਰਤੀਆਂ ਸੂਰਜ ਬਣਾ ਕੇ ਤੇ ਅਣਗਿਣਤ ਹੀ ਉੱਤੇ ਜੀਵਨ ਪੈਦਾ ਕਰ ਦਿੱਤੇ, ਅਣਗਿਣਤ ਹੀ ਜੂਨੀਆਂ ਉਹਦੀਆਂ।
ਇਹ ਨਹੀਂ ਹੈ 1,84,000 ਹੈ ਵੀ 84 ਲੱਖ ਤੋਂ ਉੱਪਰ ਨਾ ਵੱਧ ਹੈ ਤੇ ਨਾ ਘੱਟ ਹੈ। ਪਤਾ ਹੀ ਨਹੀਂ ਕਿੰਨੀਆਂ ਕੁ ਹੈ। ਰੋਜ਼ ਨਵੀਆਂ ਜੀਅ ਪੈਦਾ ਹੋ ਜਾਂਦੇ, ਹੋਰ ਤਰ੍ਹਾਂ ਦੇ ਜੀਅ ਪੈਦਾ ਹੁੰਦੇ ਜਾਂਦੇ। ਇਸ ਤਰ੍ਹਾਂ ਤੂੰ ਇਹ ਸਾਰਾ ਕੁਛ ਕਰਕੇ ਉੱਤੇ ਜੀਅ ਜੰਤ ਪੈਦਾ ਕੀਤੇ, ਕਈ ਤਰ੍ਹਾਂ ਦੇ, ਕਈ ਰੰਗਾਂ ਦੇ, ਕਈ ਕਿਸਮਾਂ ਦੇ, ਤੇ 4 ਖਾਣੀਆਂ ਇਸ ਧਰਤੀ ਤੇ। ਪਰ ਗੁਰੂ ਸਾਹਿਬ ਕਹਿੰਦੇ ਖਾਣੀਆਂ ਵੀ ਕਰੋੜਾਂ ਹੈ। ਸਾਡੀ ਧਰਤੀ ਤੇ 4 ਖਾਣੀਆਂ, ਬਾਕੀ ਦੂਜੀਆਂ ਧਰਤੀਆਂ ਤੇ ਹੈ ਖਾਣੀਆਂ। ਇਸ ਧਰਤੀ ਤੇ ਅੰਡੇ ਤੋਂ ਪੈਦਾ ਹੁੰਦੇ ਜੀ, ਜ਼ੇਰ ਤੋਂ, ਉਤਪਜ ਬੀਜ ਤੋਂ ਪੈਦਾ ਹੁੰਦੇ ਤੇ ਪਸੀਨੇ ਤੋਂ ਪੈਦਾ ਹੁੰਦੇ। 4 ਤਰ੍ਹਾਂ ਦੇ ਜੀਵ ਸਾਡੀ ਧਰਤੀ ਤੇ ਹੈ। ਪਰ ਗੁਰੂ ਸਾਹਿਬ ਕਹਿੰਦੇ ਕੱਲੀਆਂ 4 ਨਹੀਂ ਖਾਣੀਆਂ, ਕੋਟ ਖਾਣੀ ਕੋਟ ਬਾਣੀ। ਕੋਟ ਮਤਲਬ ਅਨਲਿਮਟਿਡ, ਨਾ ਗਿਣੀਆਂ ਜਾਣੀਆਂ ਤੇ ਨਾ ਗਿਣੀਆਂ ਗਈਆਂ। ਇਸ ਤਰ੍ਹਾਂ ਤੂੰ ਧਰਤੀ ਪੈਦਾ ਕਰਕੇ ਉੱਤੇ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਪੈਦਾ ਕਰ ਦਿੱਤੀਆਂ, ਕਿੰਨੇ ਤਰ੍ਹਾਂ ਦੇ ਜੀਵ ਜੰਤ ਪੈਦਾ ਕੀਤੇ ਹੈ। ਉਹ ਸਭ ਨੂੰ ਤੂੰ ਪੈਦਾ ਵੀ ਕੀਤਾ ਹੈ, ਖਤਮ ਵੀ ਕਰਦਾ ਤੇ ਪਾਲਦਾ ਵੀ ਹੈ। ਇੱਕ ਰਾਜੇ ਖਾਨ ਮਲੂਕ ਕਰੇ ਕਹਾਵੇ ਕੋਈ, ਪਰ ਤੇਰੇ ਚੋਜ ਬੜੇ ਭੰਡਾਰੇ। ਕਈਆਂ ਦਾ ਇੰਨੇ ਅਮੀਰ ਰਾਜੇ ਬਣਾ ਕੇ ਪੈਦਾ ਕਰ ਦਿੰਦਾ, ਰਾਜੇ ਖਾਨ ਅਮੀਰ ਤੋਂ ਅਮੀਰ ਪੈਦਾ ਕਰ ਦਿੰਦਾ। ਮਲਕ ਖਵਾਉਂਦੇ ਆ, ਬੜੇ ਵੱਡੇ ਅਮੀਰ ਖਵਾਉਂਦੇ ਆ। ਇਸ ਤਰ੍ਹਾਂ ਅਮੀਰ ਤੋਂ ਅਮੀਰ ਵੀ ਪੈਦਾ ਕਰਦਾ, ਗਰੀਬ ਤੋਂ ਗਰੀਬ ਪੈਦਾ ਕਰਦਾ, ਚੰਗੇ ਤੋਂ ਚੰਗੇ ਵੀ ਕਰਦਾ, ਮਾੜੇ ਤੋਂ ਮਾੜੇ ਵੀ ਪੈਦਾ ਕਰਦਾ। ਇੱਕ ਰਾਜੇ ਖਾਨ ਮਲੂਕ ਕਹੇ ਕਹਾਵੇ ਕੋਈ, ਮਲਕ ਆਖਦੇ ਆ ਖਵਾਉਂਦੇ ਆ। ਇੱਕ ਸ਼ਾਹ ਸਦਾਇਵੇਂ, ਇੱਕ ਆਪਣੇ ਆਪ ਨੂੰ ਬੜਾ ਸ਼ਾਹੂਕਾਰ ਅਮੀਰ ਖਵਾਉਂਦੇ ਵੀ ਮੈਂ ਦੁਨੀਆ ਦਾ, ਮੈਂ ਦੇਸ਼ ਦਾ ਅਮੀਰ ਬੰਦਾ। ਕੋਈ ਅਮੀਰ ਬਣ ਕੇ ਪੈਦਾ ਹੋ ਜਾਂਦਾ, ਉਹ ਇੱਥੇ ਅਮੀਰ ਖਵਾਉਂਦਾ ਰਹਿੰਦਾ। ਇਹ ਵੀ ਤੇਰੀ ਹੈ, ਤੂੰ ਹੀ ਬਣਾਇਆ ਉਹਨੂੰ, ਉਸ ਘਰ 'ਚ ਪੈਦਾ ਕੀਤਾ, ਉਹਨੂੰ ਇੰਨਾ ਧਨ ਦਿੱਤਾ ਤੂੰ। ਦੂਜੇ ਪੱਤ ਖੋਈ, ਪਰ ਦੂਜੇ ਪਾਸੇ ਉਹ ਪਰਮਾਤਮਾ ਨੂੰ ਭੁੱਲ ਕੇ ਇੰਨੀਆਂ ਅਮੀਰੀ ਦੇ ਵਿੱਚ ਏਕਮ ਨੂੰ ਛੱਡ ਕੇ ਦੂਜੇ ਨਾਲ ਜੁੜਦਾ ਜਾਂਦਾ। ਲੋਭ ਮੋਹ ਕਾਮ ਕ੍ਰੋਧ ਵੱਧਦਾ ਜਾਂਦਾ ਤੇ ਆਪਦੀ ਇੱਜ਼ਤ ਗਵਾਉਂਦਾ ਜਾਂਦਾ। ਦੁੱਖ ਖਤਮ ਨਹੀਂ ਹੁੰਦੇ, ਦੁੱਖ ਹੋਰ ਵੱਧਦੇ ਜਾਂਦੇ ਆ ਤੇ ਸੁੱਖ ਖਤਮ ਹੋ ਜਾਂਦੇ ਆ। ਇਸ ਤਰ੍ਹਾਂ ਦੂਜੇ ਦੇ ਵਿੱਚ ਘਰ 'ਚ ਚਲਾ ਜਾਂਦਾ, 5 ਵਿਕਾਰਾਂ 'ਚ ਫਸਦਾ ਜਾਂਦਾ ਤੇ ਆਪਦੀ ਇੱਜ਼ਤ ਗਵਾਉਂਦਾ, ਆਪਦੇ ਸੁੱਖ। ਇੰਨਾ ਧਨ ਹੁੰਦੇ ਵੀ ਸੁੱਖ ਨਹੀਂ ਮਾਣ ਸਕਿਆ। ਉਹ ਐਡਾ ਵੱਡਾ ਰਾਜਾ ਹੋ ਕੇ ਵੀ ਸੁਖੀ ਨਹੀਂ ਹੋਇਆ, ਕਿਉਂਕਿ ਪਹਿਲੇ ਘਰ 'ਚੋਂ ਨਿਕਲ ਗਿਆ, ਦੂਜੇ ਨਾਲ ਜੁੜ ਗਿਆ। ਏਕਮ ਤੋਂ ਬਿਨਾਂ ਕੋਈ ਕਿਸੇ ਨਾਲ ਜੁੜਿਆ, ਦੂਜੇ ਨਾਲ ਜੁੜਿਆ ਤੇ ਦੂਜਾ ਘਰ ਹੈ ਦੁੱਖਾਂ ਦਾ ਘਰ ਹੈ। ਏਕਮ ਦਾ ਘਰ ਹੀ ਸੁੱਖਾਂ ਦਾ ਘਰ ਹੈ, ਜਿਹੜਾ ਸਭ ਨੂੰ ਪੈਦਾ ਕਰਨ ਵਾਲਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਭਾਈ ਬੜੇ ਵੱਡੇ ਸ਼ਾਹੂਕਾਰ ਵੀ ਪੈਦਾ ਕਰਦਾ, ਪਰ ਏਕਮ ਨੂੰ, ਉਹ ਮਾਲਕ ਨੂੰ ਛੱਡ ਕੇ ਉਹ ਧਨ ਦੌਲਤ ਨਾਲ ਜੁੜ ਜਾਂਦੇ ਆ ਤੇ ਆਪਦੀ ਇੱਜ਼ਤ ਗਵਾਉਂਦੇ ਆ, ਦੁਖੀ ਹੁੰਦੇ। ਹੁਣ ਗੁਰੂ ਸਾਹਿਬ ਕਹਿੰਦੇ ਦੇਖੋ ਐਡਾ ਵੱਡਾ ਰਾਜਾ ਤੇ ਸ਼ਾਹੂਕਾਰ ਵੀ ਸੁਖੀ ਨਹੀਂ ਹੋਇਆ ਤੇ ਤੁਸੀਂ ਕਿਵੇਂ ਸੁਖੀ ਹੋ ਜਾਓਗੇ। ਪਰ ਦੂਜੇ ਪਾਸੇ ਗੁਰੂ ਸਾਹਿਬ ਕਹਿੰਦੇ ਇੱਕ ਦਾਤੇ ਇੱਕ ਮੰਗਤੇ, ਸਭਨਾ ਸਿਰ ਸੋਈ। ਕਹਿੰਦੇ ਉਹਦੀ ਮੌਜ ਹੈ, ਕਿਸੇ ਨੂੰ ਤਾਂ ਮੰਗਤਾ ਪੈਦਾ ਕਰ ਦਿੰਦਾ, ਕਿਸੇ ਨੂੰ ਦਾਤਾ ਬਣਾ ਕੇ ਪੈਦਾ ਕਰਦਾ, ਕਿਸੇ ਨੂੰ ਅਮੀਰ ਘਰ 'ਚ ਪੈਦਾ ਕਰਦਾ, ਕਿਸੇ ਨੂੰ ਜਮਾਂ ਗਰੀਬ 'ਚ ਕਰ ਦਿੰਦਾ। ਪਰ ਉਹਦੀ ਖੇਡ ਹੈ, ਉਹਨੂੰ ਮੰਗਤੇ ਵੀ ਚਾਹੀਦੇ ਆ ਤੇ ਦਾਤੇ ਵੀ ਚਾਹੀਦੇ ਆ। ਉਹ ਵੇਖਦਾ ਵੀ ਇਹ ਮੰਗਤਾ ਬਣਿਆ ਰਿਹਾ, ਪਿਛਲੀ ਵਾਰੀ ਵੀ ਬੜੀਆ ਇਹਨੂੰ ਅਮੀਰ ਬਣਾਇਆ ਸੀ, ਦਾਤਾ ਬਣਾਇਆ ਸੀ, ਫਿਰ ਮੰਗਤਾ ਬਣਿਆ ਰਿਹਾ, ਹੁਣ ਮੰਗਤਾ ਹੀ ਬਣਾ ਦਿਓ। ਅੱਜ ਜਿੰਨੇ ਅਮੀਰ ਆ ਮੰਗਤੇ ਹੀ ਬਣੇ ਫਿਰਦੇ ਆ। ਮੰਗਤੇ ਆ ਸਾਡੇ ਨਾਲੋਂ ਭਿਖਾਰੀ ਹੈ, ਭੁੱਖੇ ਆ ਉਹ। ਚਾਹੇ ਕਿ ਵੋਟ ਮੰਗਦਾ, ਇਦੋਂ ਵੱਡਾ ਭਿਖਾਰੀ ਤਾਂ ਕੋਈ ਹੈ ਹੀ ਨਹੀਂ। ਜਾਂ ਹੋਰ ਮੰਗੀ ਜਾਂਦਾ, ਹੋਰ ਧਨ ਆਈ ਜਾਵੇ, ਹੋਰ ਵੱਡਾ ਮੰਗਤਾ ਕਿਵੇਂ ਹੁੰਦਾ। ਇੱਕ ਦਾਤੇ ਇੱਕ ਮੰਗਤੇ, ਸਭਨਾ ਸਿਰ ਸੋਈ। ਉਹ ਪਰਮਾਤਮਾ ਹੀ ਸਭ ਦੇ ਖਸਮ ਹੈ, ਸਭ ਨੂੰ ਪੈਦਾ ਕਰਕੇ ਉਹਨੂੰ ਚਲਾਉਣ ਵਾਲਾ, ਪਾਲਣ ਵਾਲਾ ਉਹ ਹੈ। ਪਰ ਕਈਆਂ ਨੂੰ ਉਹ ਦਾਤੇ ਬਣਾ ਦਿੰਦਾ, ਕਈਆਂ ਨੂੰ ਮੰਗਤੇ ਬਣਾ ਦਿੰਦਾ। ਉਹਦੀ ਖੇਡ ਹੈ। ਆਦਮੀ ਨੂੰ ਕੀਤਾ, ਬੱਚੇ ਨੂੰ ਕੀ ਪਤਾ ਵੀ ਉਹ ਦਾਤਾ ਬਣ ਕੇ ਪੈਦਾ ਹੋ ਰਿਹਾ ਕਿ ਭਿਖਾਰੀ ਬਣ ਕੇ।
ਬਸ ਜਿਹਦੇ ਘਰ 'ਚ ਪੈਦਾ ਹੋ ਗਿਆ ਉਹ ਜਿਹਾ ਬਣ ਜਾਂਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਭਾਵੇਂ ਕੋਈ ਦਾਤਾ ਹੈ ਤੇ ਭਾਵੇਂ ਭਿਖਾਰੀ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। कोई अवर न तेरी पाते, अवर न तेरी।